सतनाम वाहिगुरु धन वाहिगुरु साहिब जी। गुरु रूप गुरु प्यारी साध संगत जी, जपजी साहिब दी 24 पौड़ियां ते विचार होई। 25वीं पौड़ी ते विचार आरंभ करिए। सतगुरु जी आप ही मेहर करन। वाहिगुरु जी का खालसा, वाहिगुरु जी की फतेह। बहुता करम लिखिया ना जाए, वड्डा दाता दिल ना तमाए। केते मंगै जोध अपार, केतियां गणत नहीं विचार। केते खप टूटै बेकार, केते लै लै मुकर पाही। केते मूरख खाही खाही, केतियां दुख भूख सदमार। एह भी दात तेरी दातार, बंद खलासी पाणै होई। होर आख ना सकै कोई, जे को खायक आखण पाई। ओह जाणै जेतियां मुँह खाई, आपे जाणै आपै दे। आखै से भी केई केई, जिसनों बख्शे सिफत सलाह। नानक पातशाही पातशाह। शब्दार्थ करम यानी दया वडियाई। तिल ना तमाए यानी तिल जिन्ना भी लालच नहीं। खप विकार यानी विकारां विच खो के खत्म हो जाते हैं। खायक यानी मूर्ख कमला। केई के यानी कोई विरले। इस पौड़ी विच प्रभु दातां दे रूप विच उल्लेख कर रहे हैं। उस परमात्मा दी दया मेहर करन सुनन अते लिखण तो बाहर है। ਉਹ ਸਭ ਤੋਂ ਵੱਡਾ ਦਾਤਾ ਹੈ, ਪਰ ਉਸ ਨੂੰ ਤਿਲ ਜਿੰਨਾ ਵੀ ਲਾਲਚ ਨਹੀਂ। ਅਣਗਿਣਤ ਯੋਧੇ ਉਸ ਤੋਂ ਸ਼ਕਤੀ ਮੰਗਦੇ ਹਨ। ਉਸ ਤੋਂ ਮੰਗਣ ਵਾਲੀਆਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅਨੇਕ ਲੋਕ ਉਸ ਤੋਂ ਦਾਤਾ ਲੈ ਕੇ ਵਿਕਾਰਾਂ ਵਿੱਚ ਫਸ ਕੇ ਮਰ ਖਪ ਜਾਂਦੇ ਹਨ। ਅਨੇਕ ਲੋਕ ਉਸ ਤੋਂ ਦਾਤਾ ਲੈ ਕੇ ਮੁਕਰ ਜਾਂਦੇ ਹਨ। ਅਨੇਕ ਮੂਰਖ ਬਿਨਾਂ ਦਾਤਾ ਦਾ ਸ਼ੁਕਰ ਕਰਨ ਦੇ ਉਹਦੀਆਂ ਦਾਤਾਂ ਭੋਗੀ ਖਾਈ ਖਾਏ ਜਾਂਦੇ ਹਨ। ਅਨੇਕ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਸਦਾ ਦੁੱਖ ਅਤੇ ਭੁੱਖ ਦੀ ਮਾਰ ਵਗੀ ਰਹਿੰਦੀ ਹੈ। ਦੁੱਖ ਭੁੱਖ ਦੀ ਇਹ ਮਾਰ ਵੀ ਉਸ ਦਾਤੇ ਦੀ ਦਾਤ ਹੈ। ਜੋ ਬੰਧਨ ਵਿੱਚ ਪਏ ਹਨ ਉਹ ਉਸ ਦੇ ਭਾਣੇ ਕਾਰਨ ਪਏ ਹਨ। ਜੋ ਮੁਕਤ ਹੁੰਦੇ ਹਨ ਉਸ ਦੇ ਭਾਣੇ ਨਾਲ ਹੁੰਦੇ ਹਨ। ਕੋਈ ਦੂਜਾ ਬੰਧਨ ਅਤੇ ਮੁਕਤੀ ਦੇ ਵਰਤਾਰੇ ਵਿੱਚ ਦਖਲ ਨਹੀਂ ਦੇ ਸਕਦਾ। ਜੇ ਕੋਈ ਇਹ ਕਹਿਣ ਦੀ ਮੂਰਖਤਾ ਕਰੇ ਕਿ ਭਾਣੇ ਬਿਨਾ ਮੁਕਤੀ ਹੋ ਸਕਦੀ ਹੈ ਤਾਂ ਉਹ ਖੁਦ ਹੀ ਵੇਖ ਲਵੇਗਾ ਕਿ ਉਹਨੂੰ ਮੂੰਹ ਉੱਤੇ
ਕਿੰਨੀਆਂ ਸੱਟਾਂ ਖਾਣੀਆਂ ਪੈਂਦੀਆਂ ਹਨ। ਕਿਸ ਨੂੰ ਕੀ, ਕਦੋਂ, ਕਿੰਨਾ ਅਤੇ ਕਿਵੇਂ ਦੇਣਾ ਹੈ, ਇਹ ਵੀ ਉਹ ਦਾਤਾਰ ਖੁਦ ਹੀ ਜਾਣਦਾ ਹੈ, ਅਤੇ ਜਿਸ ਨੂੰ ਦਿੰਦਾ ਹੈ ਉਹ ਖੁਦ ਹੀ ਦਿੰਦਾ ਹੈ। ਇਹ ਕਹਿਣ ਵਾਲੇ ਵੀ ਵਿਰਲੇ ਹਨ ਕਿ ਜੋ ਕੁਝ ਦਿੱਤਾ ਹੈ ਉਹ ਦਾਤਾ ਦਿੰਦਾ ਹੈ। ਜਿਸ ਨੂੰ ਉਹ ਮਾਲਕ ਆਪਣੀ ਸਿਫਤ ਸਲਾਹ ਦੀ ਦਾਤ ਬਖਸ਼ ਦਿੰਦਾ ਹੈ, ਉਹ ਪਾਤਸ਼ਾਹ ਦਾ ਪਾਤਸ਼ਾਹ ਹੈ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਤਾਤਪਰਯ ਇਹ ਹੈ, ਅਕਾਲ ਪੁਰਖ ਬੜੀਆਂ ਦਾਤਾਂ ਦੇਣ ਵਾਲਾ ਹੈ। ਉਸ ਨੂੰ ਰੱਤਾ ਵੀ ਲਾਲਚ ਨਹੀਂ। ਉਸ ਦੀ ਬਖਸ਼ਿਸ਼ ਏਡੀ ਵੱਡੀ ਹੈ ਕਿ ਲਿਖਣ ਵਿੱਚ ਲਿਆਂਦੀ ਨਹੀਂ ਜਾ ਸਕਦੀ। ਕੇਤੇ ਮੰਗੈ ਜੋਧ ਅਪਾਰ, ਕੇਤੀਆਂ ਗਣਤ ਨਹੀਂ ਵਿਚਾਰ, ਕੇਤੇ ਖਪ ਟੁਟੈ ਬੇਕਾਰ। ਤਾਤਪਰਯ ਇਹ ਹੈ, ਬੇਅੰਤ ਸੂਰਮੇ ਤੇ ਕਈ ਹੋਰ ਅਜਿਹੇ ਜਿਨ੍ਹਾਂ ਦੀ ਗਿਣਤੀ ਤੇ ਵਿਚਾਰ ਨਹੀਂ ਹੋ ਸਕਦੀ, ਅਕਾਲ ਪੁਰਖ ਦੇ ਦਰ ਤੋਂ ਮੰਗ ਰਹੇ ਹਨ। ਕਈ ਜੀਵ ਉਸ ਦੀਆਂ ਦਾਤਾਂ ਵਰਤ ਕੇ ਵਿਕਾਰਾਂ ਵਿੱਚ ਖਪ ਖਪ ਕੇ ਨਾਸ ਹੁੰਦੇ ਹਨ। ਕੇਤੇ ਲੈ ਲੈ ਮੁਕਰ ਪਾਹੀ, ਕੇਤੇ ਮੂਰਖ ਖਾਹੀ ਖਾਹੇ। ਤਾਤਪਰਯ ਇਹ ਹੈ, ਬੇਅੰਤ ਜੀਵ ਅਕਾਲ ਪੁਰਖ ਦੇ ਦਰ ਤੋਂ ਪਦਾਰਥ ਪ੍ਰਾਪਤ ਕਰਕੇ ਮੁੱਕਰ ਪੈਂਦੇ ਹਨ। ਭਾਉ ਕਦੇ ਸ਼ੁਕਰ ਵਿੱਚ ਆ ਕੇ ਇਹ ਨਹੀਂ ਆਖਦੇ ਕਿ ਸਭ ਪਦਾਰਥ ਪ੍ਰਭੂ ਆਪ ਦੇ ਰਿਹਾ ਹੈ। ਅਨੇਕਾਂ ਮੂਰਖ ਪਦਾਰਥ ਲੈ ਕੇ ਖਾਈ ਹੀ ਜਾਂਦੇ ਹਨ, ਪਰ ਦਾਤਾਰ ਨੂੰ ਚੇਤੇ ਨਹੀਂ ਰੱਖਦੇ। ਕੇਤੀਆਂ ਦੁਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਤਾਤਪਰਯ ਇਹ ਹੈ, ਅਨੇਕਾਂ ਜੀਵਾਂ ਨੂੰ ਸਦਾ ਮਾਰ, ਕਲੇਸ਼ ਤੇ ਭੁੱਖ ਹੀ ਭਾਗਾਂ ਵਿੱਚ ਲਿਖੇ ਹਨ। ਪਰ ਹੇ ਦੇਣਹਾਰ ਅਕਾਲ ਪੁਰਖ, ਇਹ ਵੀ ਤੇਰੀ ਬਖਸ਼ਿਸ਼ ਹੀ ਹੈ, ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜਾ ਵਿੱਚ ਤੁਰਨ ਦੀ ਸਮਝ ਪੈਂਦੀ ਹੈ। ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਈ। ਤਾਤਪਰਯ ਇਹ ਹੈ, ਮਾਇਆ ਦੇ ਮੋਹ ਰੂਪ ਬੰਧਨ ਤੋਂ ਛੁਟਕਾਰਾ ਅਕਾਲ ਪੁਰਖ ਦੀ ਰਜਾ ਵਿੱਚ ਤੁਰਿਆ ਹੀ ਹੁੰਦਾ ਹੈ। ਰਜਾ ਤੋਂ ਬਿਨਾਂ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ। ਭਾਉ ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜਾ ਵਿੱਚ ਤੁਰਨ ਤੋਂ ਬਿਨਾਂ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਵੀ ਹੋ ਸਕਦਾ ਹੈ। ਜੇ ਕੋ ਖਾਇਕ ਆਖਣ ਪਾਈ, ਉਹ ਜਾਣੈ ਜੇਤੀਆ ਮੋਹ ਖਾਈ। ਤਾਤਪਰਯ ਇਹ ਹੈ, ਪਰ ਜੋ ਕੋਈ ਮੂਰਖ ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਦੱਸਣ ਦਾ ਯਤਨ ਕਰੇ, ਤਾਂ ਉਹੀ ਜਾਣਦਾ ਹੈ ਜਿਤਨੀਆਂ ਚੋਟਾਂ ਉਹ ਇਸ ਮੂਰਖਤਾ ਦੇ ਕਾਰਨ ਆਪਣੇ ਮੂੰਹ ਉੱਤੇ ਖਾਂਦਾ ਹੈ। ਭਾਉ ਕੂੜ ਤੋਂ ਬਚਣ ਲਈ ਇੱਕੋ ਹੀ ਤਰੀਕਾ ਹੈ ਕਿ ਮਨੁੱਖ ਰਜਾ ਵਿੱਚ ਤੁਰੇ। ਪਰ ਜੇ ਕੋਈ ਮਨੁੱਖ ਕੋਈ ਹੋਰ ਤਰੀਕਾ ਭਾਲਦਾ ਹੈ ਤਾਂ ਕੂੜ ਤੋਂ ਬਚਣ ਦੇ ਥਾਂ ਸਗੋਂ ਵਧੇਕ ਦੁਖੀ ਹੁੰਦਾ ਹੈ।
आपे जाने आपे दे, आखै से भी केई के। ਤਾਤਪਰਯ ਇਹ ਹੈ, ਕਈ ਮਨੁੱਖ ਇਹ ਗੱਲ ਵੀ ਆਖਦੇ ਹਨ ਕਿ ਅਕਾਲ ਪੁਰਖ ਆਪ ਹੀ ਜੀਵਾਂ ਨੂੰ ਆਪ ਹੀ ਦਾਤਾ ਦਿੰਦਾ ਹੈ, ਲੋੜਾਂ ਜਾਣਦਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਤਾਤਪਰਯ ਇਹ ਹੈ, ਗੁਰੂ ਜੀ ਸਮਝਾਉਂਦੇ, ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫਤ ਸਲਾਹ ਬਖਸ਼ਦਾ ਹੈ, ਉਹ ਪਾਤਸ਼ਾਹ ਦਾ ਪਾਤਸ਼ਾਹ ਬਣ ਜਾਂਦਾ ਹੈ। ਸਿਫਤ ਸਲਾਹ ਹੀ ਸਭ ਤੋਂ ਉੱਚੀ ਦਾਤ ਹੈ। ਭਾਉ ਪ੍ਰਭੂ ਕਿੱਡਾ ਵੱਡਾ ਹੈ, ਇਹ ਗੱਲ ਦੱਸਣੀ ਤਾਂ ਕਿਤੇ ਰਹੀ। ਉਸ ਦੀ ਬਖਸ਼ਿਸ਼ ਹੀ ਇਤਨੀ ਵੱਡੀ ਹੈ ਕਿ ਲਿਖਣ ਵਿੱਚ ਲਿਆਂਦੀ ਨਹੀਂ ਜਾ ਸਕਦੀ। ਜਗਤ ਵਿੱਚ ਜੋ ਵੱਡੇ ਵੱਡੇ ਦਿਸਦੇ ਹਨ, ਇਹ ਸਭ ਪ੍ਰਭੂ ਦੇ ਦਰ ਤੋਂ ਹੀ ਮੰਗਦੇ ਹਨ। ਉਹ ਤਾਂ ਸਗੋਂ ਇਤਨਾ ਵੱਡਾ ਹੈ ਕਿ ਜੀਵਾਂ ਦੇ ਮੰਗਣ ਤੋਂ ਬਿਨਾਂ ਹੀ ਇਹਨਾਂ ਦੀਆਂ ਲੋੜਾਂ ਜਾਣ ਕੇ ਆਪਣੇ ਆਪ ਹੀ ਦਾਤਾਂ ਦੇਈ ਜਾਂਦਾ ਹੈ। ਪਰ ਜੀਵ ਦੀ ਮੂਰਖਤਾ ਵੇਖੋ, ਦਾਤਾ ਵਰਤਦਾ ਦਾਤਾਰ ਨੂੰ ਵਿਸਾਰ ਕੇ ਵਿਕਾਰਾਂ ਵਿੱਚ ਪੈ ਜਾਂਦਾ ਹੈ ਤੇ ਕਈ ਦੁੱਖ ਕਲੇਸ਼ ਸਹੇੜ ਲੈਂਦਾ ਹੈ। ਇਹ ਦੁੱਖ ਕਲੇਸ਼ ਵੀ ਪ੍ਰਭੂ ਦੀ ਦਾਤ ਹੈ, ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਮੁੜ ਰਜਾ ਵਿੱਚ ਤੁਰਨ ਦੀ ਸਮਝ ਪੈਂਦੀ ਹੈ ਤੇ ਇਹ ਪ੍ਰਭੂ ਦੀ ਸਿਫਤ ਸਲਾਹ ਕਰਨ ਲੱਗ ਪੈਂਦਾ ਹੈ। ਇਹ ਸਿਫਤ ਸਲਾਹ ਸਭ ਤੋਂ ਉੱਚੀ ਦਾਤ ਹੈ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਅਮੁੱਲ ਆਵੇ ਅਮੁੱਲ ਲੈ ਜਾਹੀ, ਅਮੁੱਲ ਪਾਈ ਅਮੁੱਲਾ ਸਮਾਹੀ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ। ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਈ। ਆਖੈ ਵੇਦ ਪਾਠ ਪੁਰਾਣ, ਆਖੈ ਪੜ੍ਹੇ ਕਰੈ ਵਖਿਆਣ। ਆਖੈ ਬਰਮੇ ਆਖੈ ਇੰਦ, ਆਖੈ ਗੋਪੀ ਤੈ ਗੋਵਿੰਦ। ਆਖੈ ਈਸਰ ਆਖੈ ਸਿੱਧ, ਆਖੈ ਕੇਤੇ ਕੀਤੇ ਬੁੱਧ। ਆਖੈ ਦਾਨਵ ਆਖੈ ਦੇਵ, ਆਖੈ ਸੁਰ ਨਰ ਮੁਨ ਜਨ ਸੇਵ। ਕੇਤੇ ਆਖੈ ਆਖਣ ਪਾਹੀ, ਕੇਤੇ ਕਹਿ ਕਹਿ ਉਠ ਉਠ ਜਾਹੀ। ਏਤੇ ਕੀਤੇ ਹੋਰ ਕਰੀ, ਤਾਂ ਆਖ ਨਾ ਸਕੈ ਕੇਈ ਕੇਈ। ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਈ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖਿਐ ਸਿਰ ਗਵਾਰਾ ਗਵਾਰ। ਸ਼ਬਦਾਰਥ ਭਾਏ ਯਾਨੀ ਪ੍ਰੇਮ, ਧਰਮ ਯਾਨੀ ਨਿਯਮ ਕਾਨੂੰਨ, ਦੀਵਾਨ ਯਾਨੀ ਦੀਵਾਨ ਦਰਬਾਰ, ਤੁਲ ਯਾਨੀ ਤਕੜੀ, ਪਰਵਾਨ ਯਾਨੀ ਵਟਾ ਤੋਲ, ਨਿਸ਼ਾਨ ਯਾਨੀ ਨਿਸ਼ਾਨ।
फुरमान यानी हुक्म, वख्यान यानी वर्णन, ब्रह्मे यानी ब्रह्मा, इंद यानी इंद्र, गोपी यानी गोपियाँ, गोविंद यानी कृष्ण, ईश्वर यानी शिव जी, दानव यानी दैत, सुर यानी देवता, गवार यानी गवार मूर्ख। पछवी पौड़ी विच उस परमेश्वर नूं महाकिरपालू कहा गया है। 26ਵੀਂ पौड़ी विच दसदे हन कि परमेश्वर दियां सिफतां बयान कर सकना असंभव है। आप कहते हैं उस मालक दे गुण अमोलक हैं, उनके गुणों का वपार भी अमोलक है। जो उसके गुणों का वपार करते हैं वो भी अमोलक गुणों के भंडारी बन जाते हैं। जो उस करता दे गुणों का वपार करन लई उनके वल आउंदे हन वो भी अमोलक हैं। वो उस दाता तो अमोलक गुणों दियां दाता नाल लै जाते हैं। जो उस नाल प्रेम करते हैं अते जिन्हां नूं वो भाउंदा है वो उस अमोलक प्रभु विच समा के उसका रूप हो जाते हैं। परमेश्वर का थापिया होया धर्म राज भी अमुल है अते उसके दरबार विच कर्मां का हिसाब रखण वाला चित्रगुप्त भी अमुल है। धर्म राज का कर्मां का तोल माप भी अमोलक है। उस अमोलक परमेश्वर की बख्शिश भी अमुल है अते इस बख्शिश की निशानी भी अमुल है। उनकी रहमत दी अमोलक है अते उनका हुक्म भी अमोलक है। उस अमोलक परमेश्वर का किसी तरह भी वर्णन नहीं किया जा सकता। उसके गुण गाउण वाले उनके गुण गाउंदे होए उनदे विच लिव ला रहे हैं। वेद पुराण अते इन्हां दा पाठ करन वाले उसकी महिमा गा रहे हैं। अनेक विद्वान वेदां पुराणां नूं पढ़ के उन्हां दी कथा जा व्याख्या कर रहे हैं। ब्रह्मा अते इंद्र उनकी उपमा कर रहे हैं। गोपियां, कृष्ण, शिव जी अते सिद्ध पुरुष उनकी उपमा कर रहे हैं। उस मालक दे सिरजे अनेक बुद्धिमान उनका जस गा रहे हैं। राक्षस अते देवता उनकी महिमा कर रहे हैं। सुर, देवता, नर अते मुनि लोक उन्हों सेवदे होए उनकी उपमा विच मगन हैं। अनेक लोक उनकी उपमा करनी चाहते हैं पर उनकी पूरी उपमा नहीं कर सकते। अनेक लोग उनकी उपमा करते थक के इत्थों चले जाते हैं। जिन्ने लोग मालक दे पैदा किते हैं जो वो इन्ने ही होर पैदा कर देवे तां भी सारे रल के उनकी वडियाई बयान नहीं कर सकते, क्योंकि वो जिन्ना वड्डा होना चाहे उन्ना वड्डा हो सकता है। वो अपनी वडियाई आप ही जानता है। जे कोई यह बोले कि मैं उस मालक की पूरी उपमा कर सकता हाँ तां उन्होंने सब
ਮੂਰਖਾਂ ਤੋਂ ਵੱਡਾ ਮੂਰਖ ਸਮਝਣਾ ਚਾਹੀਦਾ ਹੈ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਐ ਅਮੁੱਲ ਭੰਡਾਰ। ਅਮੁੱਲ ਆਵੈ ਅਮੁੱਲ ਲੈ ਜਾਹੇ, ਅਮੁੱਲ ਪਾਈ ਅਮੁੱਲਾ ਸਮਾਈ। ਤਾਤਪਰਯ ਇਹ ਹੈ, ਅਕਾਲ ਪੁਰਖ ਦੇ ਗੁਣ ਅਮੋਲਕ ਹਨ। ਭਾਉ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ। ਇਹਨਾਂ ਗੁਣਾਂ ਦੇ ਵਪਾਰ ਕਰਨੇ ਵੀ ਅਮੋਲਕ ਹਨ। ਉਹਨਾਂ ਮਨੁੱਖਾਂ ਦਾ ਵੀ ਮੁੱਲ ਨਹੀਂ ਪੈ ਸਕਦਾ ਜੋ ਅਕਾਲ ਪੁਰਖ ਦੇ ਗੁਣਾਂ ਦੇ ਵਪਾਰ ਕਰਦੇ ਹਨ। ਐਸੇ ਗੁਣਾਂ ਦੇ ਖਜ਼ਾਨੇ ਵੀ ਅਮੋਲਕ ਹਨ। ਉਹਨਾਂ ਮਨੁੱਖਾਂ ਦਾ ਮੁੱਲ ਨਹੀਂ ਪੈ ਸਕਦਾ ਜੋ ਇਸ ਵਪਾਰ ਲਈ ਜਗਤ ਵਿੱਚ ਆਉਂਦੇ ਹਨ। ਉਹ ਵੀ ਵੱਡੇ ਭਾਗਾਂ ਵਾਲੇ ਹਨ ਜੋ ਇਹ ਸੌਦਾ ਖਰੀਦ ਕੇ ਲੈ ਜਾਂਦੇ ਹਨ, ਜੋ ਅਕਾਲ ਪੁਰਖ ਦੇ ਪ੍ਰੇਮ ਵਿੱਚ ਹਨ ਅਤੇ ਜੋ ਮਨੁੱਖ ਉਸ ਅਕਾਲ ਪੁਰਖ ਵਿੱਚ ਲੀਨ ਹੁੰਦੇ ਹਨ, ਉਹ ਵੀ ਅਮੋਲਕ ਹਨ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ। ਅਮੁੱਲ ਬਖਸ਼ੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਤਾਤਪਰਯ ਇਹ ਹੈ, ਅਕਾਲ ਪੁਰਖ ਦੇ ਕਾਨੂੰਨ ਤੇ ਰਾਜ ਦਰਬਾਰ ਅਮੋਲਕ ਹਨ। ਉਹ ਤੱਕੜ ਅਮੋਲਕ ਹੈ ਤੇ ਉਹ ਵੱਟਾ ਅਮੋਲਕ ਹੈ, ਜਿਸ ਨਾਲ ਪ੍ਰਭੂ ਜੀਆਂ ਦੇ ਚੰਗੇ ਮੰਦੇ ਕੰਮਾਂ ਨੂੰ ਤੋਲਦਾ ਹੈ। ਉਸ ਦੀ ਬਖਸ਼ਿਸ਼ ਦੇ ਨਿਸ਼ਾਨ ਵੀ ਅਮੋਲਕ ਹਨ। ਅਕਾਲ ਪੁਰਖ ਦੀ ਬਖਸ਼ਿਸ਼ ਤੇ ਹੁਕਮ ਵੀ ਮੁੱਲ ਤੋਂ ਪਰੇ ਹੈ। ਕਿਸੇ ਦਾ ਵੀ ਅੰਦਾਜ਼ਾ ਨਹੀਂ ਲੱਗ ਸਕਦਾ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਈ। ਤਾਤਪਰਯ ਇਹ ਹੈ, ਅਕਾਲ ਪੁਰਖ ਸਭ ਅੰਦਾਜ਼ਿਆਂ ਤੋਂ ਪਰੇ ਹੈ। ਉਸ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ। ਜੋ ਮਨੁੱਖ ਧਿਆਨ ਜੋੜ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਹਨ, ਉਹ ਅੰਤ ਨੂੰ ਰਹਿ ਜਾਂਦੇ ਹਨ। ਆਖੈ ਵੇਦ ਪਾਠ ਪੁਰਾਣ, ਆਖੈ ਪੜੇ ਕਰੈ ਵਖਿਆਨ। ਆਖੈ ਬਰਮੇ ਆਖੈ ਇੰਦ, ਆਖੈ ਗੋਪੀ ਤੈ ਗੋਬਿੰਦ। ਤਾਤਪਰਯ ਇਹ ਹੈ, ਵੇਦਾਂ ਦੇ ਮੰਤਰ ਤੇ ਪੁਰਾਣ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਹਨ। ਵਿਦਵਾਨ ਮਨੁੱਖ ਵੀ ਜੋ ਹੋਰਨਾਂ ਨੂੰ ਉਪਦੇਸ਼ ਕਰਦੇ ਹਨ, ਅਕਾਲ ਪੁਰਖ ਦਾ ਬਿਆਨ ਕਰਦੇ ਹਨ। ਕਈ ਬ੍ਰਹਮਾ, ਕਈ ਇੰਦਰ, ਗੋਪੀਆਂ ਤੇ ਕਈ ਕਾਲ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਹਨ। ਆਖੈ ਈਸਰ ਆਖੈ ਸਿੱਧ, ਆਖੈ ਕੇਤੇ ਕੀਤੇ ਬੁੱਧ। ਆਖੈ ਦਾਨਵ ਆਖੈ ਦੇਵ, ਆਖੈ ਸੁਰ ਨਰ ਮੁੰਜਨ ਸੇਵ। ਤਾਤਪਰਯ ਇਹ ਹੈ, ਕਈ ਸਿਵ ਤੇ ਸਿੱਧ ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਬੇਅੰਤ ਬੁੱਧ, ਰਾਖਸ ਅਤੇ ਦੇਵਤੇ ਸੁਭਾਉ ਮਨੁੱਖ, ਮੁਨੀ ਲੋਕ ਤੇ ਸੇਵਕ ਅਕਾਲ ਪੁਰਖ ਦਾ ਅੰਦਾਜ਼ਾ ਲਾਉਂਦੇ ਹਨ। ਕੇਤੇ ਆਖੈ ਆਖਣ ਪਾਹੇ, ਕੇਤੇ ਕਹਿ ਕਹਿ ਉਠ ਉਠ ਜਾਹੇ। ਕੇਤੇ ਏਤੇ ਕੀਤੇ ਹੋਰ ਕਰੇ, ਤਾਂ ਆਖ ਨਾ ਸਕੈ ਕੇ। ਤਾਤਪਰਯ ਇਹ ਹੈ, ਬੇਅੰਤ ਜੀਵ ਅਕਾਲ ਪੁਰਖ ਦਾ ਅੰਦਾਜ਼ਾ ਲਾ ਰਹੇ ਹਨ ਅਤੇ ਬੇਅੰਤ ਹੀ ਲਾਉਣ ਦਾ ਯਤਨ ਕਰ ਰਹੇ ਹਨ। ਬੇਅੰਤ ਜੀਵ ਅੰਦਾਜ਼ਾ ਲਾ ਕੇ ਇਸ ਜਗਤ ਤੋਂ ਤੁਰੇ ਜਾ ਰਹੇ ਹਨ। ਜਗਤ ਵਿੱਚ ਇਤਨੇ ਬੇਅੰਤ ਜੀਵ ਪੈਦਾ ਕੀਤੇ ਹੋਏ ਹਨ ਜੋ ਬਿਆਨ ਕਰ ਰਹੇ ਹਨ, ਪਰ ਹੇ ਹਰੀ,
ਜੇ ਤੂੰ ਹੋਰ ਵੀ ਬੇਅੰਤ ਜੀਵ ਪੈਦਾ ਕਰ ਦੇਵੇਂ ਤਾਂ ਵੀ ਕੋਈ ਜੀਵ ਤੇਰਾ ਅੰਦਾਜ਼ਾ ਨਹੀਂ ਲਾ ਸਕਦਾ। ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਈ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖਿਐ ਸਿਰ ਗਾਵਾਰਾ ਗਾਵਾਰ। ਤਾਤਪਰਯ ਇਹ ਹੈ, ਗੁਰੂ ਜੀ ਫਰਮਾਉਂਦੇ ਪਰਮਾਤਮਾ ਜਿਤਨਾ ਚਾਹੁੰਦਾ ਹੈ ਉਤਨਾ ਹੀ ਵੱਡਾ ਹੋ ਜਾਂਦਾ ਹੈ। ਭਾਉ ਆਪਣੀ ਕੁਦਰਤ ਵਧਾ ਲੈਂਦਾ ਹੈ। ਉਹ ਸਦਾ ਸਥਿਰ ਰਹਿਣ ਵਾਲਾ ਹਰੀ ਆਪ ਹੀ ਜਾਣਦਾ ਹੈ ਕਿ ਉਹ ਕਿੱਡਾ ਵੱਡਾ ਹੈ। ਜੋ ਕੋਈ ਬੜਬੋਲਾ ਮਨੁੱਖ ਦੱਸਣ ਲੱਗੇ ਕਿ ਅਕਾਲ ਪੁਰਖ ਇਤਨਾ ਵੱਡਾ ਹੈ ਤਾਂ ਉਹ ਮਨੁੱਖ ਮੂਰਖਤਾ ਸਿਰ ਮੂਰਖ ਗਿਣਿਆ ਜਾਂਦਾ ਹੈ। ਭਾਉ ਜਗਤ ਵਿੱਚ ਬੇਅੰਤ ਵਿਦਵਾਨਾਂ ਨੇ ਤੇ ਪੈਦਾ ਹੁੰਦੇ ਰਹਿਣਗੇ, ਪਰ ਨਾ ਅਜੇ ਤੱਕ ਕੋਈ ਮਨੁੱਖ ਲੇਖਾ ਕਰ ਸਕਿਆ ਹੈ ਤੇ ਨਾ ਹੀ ਅਗਾਂਹ ਨੂੰ ਕੋਈ ਕਰ ਸਕੇਗਾ ਕਿ ਪ੍ਰਭੂ ਵਿੱਚ ਕਿਤਨੀਆਂ ਵਡਿਆਈਆਂ ਹਨ ਤੇ ਉਹ ਕਿਤਨੀਆਂ ਬਖਸ਼ਿਸ਼ਾਂ ਜੀਵਾਂ ਉੱਤੇ ਕਰ ਰਿਹਾ ਹੈ। ਬੇਅੰਤ ਹਨ ਉਸ ਦੇ ਗੁਣ ਤੇ ਬੇਅੰਤ ਹਨ ਉਸ ਦੀਆਂ ਦਾਤਾਂ। ਇਸ ਭੇਦ ਨੂੰ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ ਜਾਣਦਾ। ਇਹ ਕੰਮ ਮਨੁੱਖ ਦੀ ਤਾਕਤ ਤੋਂ ਬਹੁਤ ਪਰੇ ਹੈ। ਉਸ ਮਨੁੱਖ ਨੂੰ ਹੋਛਾ ਜਾਣੋ ਜੋ ਪ੍ਰਭੂ ਦੇ ਗੁਣਾਂ ਦੇ ਦਾਤਾਂ ਦਾ ਹੱਦ ਬੰਨਾ ਲੱਭ ਸਕਣ ਦਾ ਦਾਵਾ ਕਰਦਾ ਹੈ। ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ ਕਰਨਾ। ਗੁਰਬਾਣੀ ਨਾਲ ਜੁੜੋ, ਗੁਰੂ ਦੀ ਉਪਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।